ਔਰ ਇਹਨਾਂ ਨੇ ਆਪ ਮੰਨਿਆ ਸੀ ਕਿ ਹੁਣ ਤੱਕ ਜੋ ਅਸੀਂ ਆਡਿਟ ਕਰਾਇਆ ਉਹਦੇ ਵਿੱਚ 500 ਕਰੋੜ ਰੁਪਏ ਤੋਂ ਵੀ ਵੱਧ ਦਾ ਘਪਲਾ ਜਿਹੜਾ ਉਹ ਸਾਹਮਣੇ ਆ ਚੁੱਕਿਆ। ਲੇਕਿਨ ਅੱਜ ਜਿਹੜਾ ਤਰਕ ਦਿੱਤਾ ਜਾ ਰਿਹਾ ਉਹ ਤਰਕ ਇਸ ਤਰੀਕੇ ਨਾਲ ਦਿੱਤਾ ਜਾ ਰਿਹਾ ਕਿ ਜਿਸ ਤਰੀਕੇ ਨਾਲ ਮੰਤਰੀ ਨੇ ਕੁਝ ਕੀਤਾ ਹੀ ਨਹੀਂ। ਪਰ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਘਪਲਾ ਸਾਹਮਣੇ ਆਉਂਦਾ ਉਸ ਫਾਈਲ ਦੇ ਉੱਤੇ ਤਾਂ ਮੇਰੇ ਦਸਤਖਤ ਹੀ ਨਹੀਂ ਨੇ। ਇਹ ਕਲੈਰੀਫਾਈ ਕੀਤਾ ਜਾ ਰਿਹਾ ਬਾਰ-ਬਾਰ ਧਰਮਸੋਤ ਦੇ ਵੱਲੋਂ। ਵਿਸ਼ਵਾਸ ਤੇ ਭਰੋਸੇ ਨਾਲ ਕਹਿ ਸਕਦਾ ਕਿ ਜੋ ਫਾਈਲਾਂ ਦੇ ਉੱਤੇ ਦਸਤਖਤ ਨੇ ਉਹ ਸਾਧੂ ਸਿੰਘ ਜੀ ਧਰਮਸੋਤ ਦੇ ਨੇ। ਉਹਨਾਂ ਤੋਂ ਜਿਹੜਾ ਪੈਸਾ ਵਸੂਲਣ ਦੀ ਬਜਾਏ ਉਹਨਾਂ ਨੂੰ ਇਹਨਾਂ ਨੇ ਪੈਸਾ ਰਿਲੀਜ਼ ਕੀਤਾ। ਜਿਹੜਾ ਇਹ ਸਾਰਾ ਸਕੈਮ ਜਿਹੜਾ ਘਪਲਾ ਉਜਾਗਰ ਹੋਇਆ ਇਸ ਨੂੰ ਦਬਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਲੀਨ ਚਿੱਟ ਦੇ ਦਿੱਤੀ ਗਈ ਹੈ ਕਿ ਉਹਨਾਂ ਦੇ ਜਿਹੜੇ ਮੰਤਰੀ ਨੇ ਉਹ ਬਿਲਕੁਲ ਨਿਰਦੋਸ਼ ਨੇ, ਉਹਨਾਂ ਤੇ ਕੋਈ ਦਾਗ ਨਹੀਂ ਹੈ। ਕਿਉਂਕਿ ਇਹਦੇ ਵਿੱਚ ਰਾਜਨੀਤਿਕ ਲੋਕਾਂ ਦੇ ਜਿਹੜੇ ਕਾਲਜਿਸ ਨੇ, ਯੂਨੀਵਰਸਿਟੀਆਂ ਨੇ, ਉਹਨਾਂ ਦੇ ਵਿੱਚ ਹਿੱਸੇਦਾਰੀ ਵੀ ਹੈ ਔਰ ਸਿੱਧੇ ਉਹਨਾਂ ਦੇ ਕਾਲਜਿਸ ਨੇ। ਉਹਨਾਂ ਨੂੰ ਬਚਾਉਣ ਦੀ ਖਾਤਰ ਕੈਪਟਨ ਅਮਰਿੰਦਰ ਸਿੰਘ ਹਰ ਉਪਰਾਲਾ, ਹਰ ਸੰਭਵ ਜਿਹੜੀ ਉਹ ਕੋਸ਼ਿਸ਼ ਕਰ ਰਹੀ ਹੈ। ਜਿਹੜੀਆਂ ਜਥੇਬੰਦੀਆਂ ਇਕੱਠੇ ਹੋ ਕੇ ਅਸੀਂ 10 ਤਾਰੀਖ ਨੂੰ ਜਿਹੜਾ ਪੰਜਾਬ ਦੇ ਵਿੱਚ ਚੱਕਾ ਜਾਮ ਕਰਨ ਦਾ ਪ੍ਰੋਗਰਾਮ ਬਣਾਇਆ। ਸਕਾਲਰਸ਼ਿਪ ਘੁਟਾਲੇ ਦੇ ਵਿੱਚ ਜਿਨ੍ਹਾਂ ਵਿਦਿਆਰਥੀਆਂ ਨੂੰ ਸਭ ਤੋਂ ਵੱਧ ਸਫ਼ਰ ਕਰਨਾ ਪਿਆ, ਜਿਨ੍ਹਾਂ ਦੀਆਂ ਡਿਗਰੀਆਂ, ਜਿਨ੍ਹਾਂ ਦੇ ਸਰਟੀਫਿਕੇਟ ਕਾਲਜਾਂ ਦੇ ਵਿੱਚ ਦੱਬੇ ਹੋਏ ਨੇ, ਉਹਨਾਂ ਨੂੰ ਐਗਜ਼ਾਮਸ ਦੇ ਵਿੱਚ ਬੈਠਣ ਨਹੀਂ ਦਿੱਤਾ ਗਿਆ। ਆਖਿਰ ਅੱਗੇ ਹੋ ਕੇ ਉਹ ਕਿਉਂ ਨਹੀਂ ਬੋਲ ਰਹੇ? ਉਹ ਬੜੇ ਗਰੀਬ ਵਰਗ ਦੇ ਨੇ, ਚਾਹੇ ਉਹ ਪਛੜੇ ਵਰਗਾਂ ਚੋਂ ਨੇ, ਅਨੁਸੂਚਿਤ ਜਾਤੀ ਨੇ, ਚਾਹੇ ਧਾਰਮਿਕ ਘੱਟ ਗਿਣਤੀਆਂ ਦੇ, ਕਿਉਂਕਿ ਉਹਨਾਂ ਨੂੰ ਤਾਂ ਵੈਸੇ ਹੀ ਰੋਟੀ ਦੇ ਲਾਲੇ ਪਏ ਹੁੰਦੇ ਨੇ ਔਰ ਉਹ ਬੱਚਿਆਂ ਨੂੰ ਕੋਈ ਜਿਹੜਾ ਸਪੋਰਟ ਨਹੀਂ ਕਰਦਾ। ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਰੀਤ ਕੌਰ। ਪੰਜਾਬ ਦੀ ਧਰਤੀ ਇਸ ਵੇਲੇ ਧਰਨੇ ਮੁਜ਼ਾਹਰਿਆਂ ਦਾ ਗੜ ਬਣੀ ਹੋਈ ਹੈ। ਪੰਜਾਬ ਦੀ ਕਿਸਾਨੀ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਉਤਰੀ ਹੋਈ ਹੈ। ਪਰ ਇਹਨਾਂ ਧਰਨੇ ਮੁਜ਼ਾਹਰਿਆਂ ਦੇ ਪਿੱਛੇ ਕੁਝ ਅਜਿਹੀਆਂ ਗੱਲਾਂ ਵੀ ਹੋ ਰਹੀਆਂ ਨੇ ਜੋ ਸਾਡੇ ਲਈ ਜਾਣਨੀਆਂ ਬੇਹੱਦ ਜ਼ਰੂਰੀ ਨੇ ਤੇ ਇਹਨਾਂ ਦੀ ਆੜ ਦੇ ਵਿੱਚ ਉਹ ਗੱਲਾਂ ਚੁੱਪ-ਚੁਪੀਤੇ ਅੰਜਾਮ ਤੱਕ ਪਹੁੰਚ ਰਹੀਆਂ ਨੇ। ਭਾਵੇਂ ਉਹ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਪੇਸ਼ੀ ਹੋਵੇ ਤੇ ਫਿਰ ਭਾਵੇਂ ਉਹ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਘਪਲਾ ਹੋਵੇ। ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਵਿਭਾਗ ਦੇ ਵਿੱਚ 64 ਕਰੋੜ ਦਾ ਘਪਲਾ ਹੋਇਆ, ਜਿਹਦੇ ਵਿੱਚ ਬਹੁਤ ਹੰਗਾਮਾ ਕੀਤਾ ਗਿਆ। ਪਰ ਕਿਸਾਨ ਜਥੇਬੰਦੀਆਂ ਦੇ ਪ੍ਰਦਰਸ਼ਨ ਦੇ ਹੇਠ ਇਹ ਹੰਗਾਮਾ ਤੇ ਇਹ ਘਪਲਾ ਕਿਤੇ ਲੁਕ ਛਿਪ ਗਿਆ ਹੈ। ਤੇ ਹੁਣ ਜਿਹੜੀ ਜਾਂਚ ਕਮੇਟੀ ਬਿਠਾਈ ਗਈ ਸੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ, ਉਸ ਕਮੇਟੀ ਨੇ ਆਪਣੀ ਜਾਂਚ ਰਿਪੋਰਟ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਸੌਂਪੀ ਤੇ ਉਸ ਜਾਂਚ ਦੇ ਦੌਰਾਨ ਮੁੱਖ ਮੰਤਰੀ ਦੇ ਵੱਲੋਂ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਇਹ ਵੀ ਇੱਕ ਵੱਡਾ ਮਸਲਾ ਹੈ, ਇਹ ਵੀ ਲੁਕਾਇਆ ਨਹੀਂ ਜਾ ਸਕਦਾ। ਇਸ ਮਸਲੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਨੈਸ਼ਨਲ ਸ਼ਡਿਊਲਡ ਕਾਸਟ ਕਮਿਸ਼ਨ ਅਲਾਈਅੰਸ ਦੇ ਪ੍ਰੈਜ਼ੀਡੈਂਟ ਪਰਮਜੀਤ ਸਿੰਘ ਕੈਨ। ਸਰ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਸਰ, ਮੈਂ ਸ਼ੁਰੂਆਤ ਕਰਾਂਗੀ ਸਾਧੂ ਸਿੰਘ ਧਰਮਸੋਤ ਦੇ ਘਪਲੇ ਤੋਂ। ਇੰਨਾ ਵੱਡਾ ਘੁਟਾਲਾ ਹੋਇਆ ਹੋਵੇ ਸ਼ਡਿਊਲ ਕਾਸਟ ਦੇ ਵਿਦਿਆਰਥੀਆਂ ਦੇ ਨਾਲ, ਜਿਨ੍ਹਾਂ ਦਾ ਇੱਕ ਹੱਕ ਬਣਦਾ ਹੈ, ਜੋ ਇੰਨੇ ਅਪਰੋਚੇਬਲ ਨਹੀਂ ਹੁੰਦੇ ਕਿ ਉਹ ਮਹਿੰਗੀ ਐਜੂਕੇਸ਼ਨ ਜਿਹੜੀ ਇਹ ਲੈ ਸਕਣ। ਸਭ ਤੋਂ ਪਹਿਲਾਂ ਤੇ ਇਹ ਘਪਲਾ ਹੋਣਾ ਹੀ ਬੇਹੱਦ ਗੰਭੀਰ ਮਸਲਾ ਹੈ ਤੇ ਨਿੰਦਣਯੋਗ ਮਸਲਾ ਹੈ। ਤੇ ਉਸ ਤੋਂ ਉੱਪਰ ਜਦੋਂ ਮੁੱਖ ਮੰਤਰੀ ਹੀ ਆਪਣੇ ਮੰਤਰੀ ਨੂੰ ਸ਼ਹਿ ਦੇ ਹੇਠ ਕਲੀਨ ਚਿੱਟ ਦੇ ਦੇਵੇ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਕਿਉਂਕਿ ਜੋ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ, ਇਸ ਸਕਾਲਰਸ਼ਿਪ ਦੇ ਵਿੱਚ ਜਿਨ੍ਹਾਂ ਬੱਚਿਆਂ ਦੇ ਵਿੱਚ ਗਰੀਬ ਵਰਗ ਤੋਂ ਆਉਂਦੇ ਨੇ, ਉਹਨਾਂ ਵਿੱਚ ਟੈਲੈਂਟ ਹੈ, ਉਹਨਾਂ ਬੱਚਿਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਸੈਂਟਰ ਸਪਾਂਸਰ ਸਕੀਮ ਹੈ। ਇਸ ਸੈਂਟਰ ਸਪਾਂਸਰ ਸਕੀਮ ਦੇ ਵਿੱਚ ਜਿਹੜੇ ਬੱਚੇ ਨੇ, ਹਰ ਸਾਲ ਲਗਭਗ 3.5 ਲੱਖ ਤੋਂ ਵੱਧ ਬੱਚਿਆਂ ਨੂੰ ਐਡਮਿਸ਼ਨਾਂ ਮਿਲਦੀਆਂ ਨੇ। ਔਰ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੋਂਦ ਵਿੱਚ ਆਈ ਹੈ, ਉਸ ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਇਹ ਗੱਲ ਇਲੈਕਸ਼ਨ ਦੌਰਾਨ ਵੀ ਇਹ ਵਾਅਦਾ ਕੀਤਾ ਸੀਗਾ ਕਿ ਅਸੀਂ ਜੋ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਵਿੱਚ ਵੱਡੇ ਪੱਧਰ ਤੇ ਜਿਹੜੀਆਂ ਬੇਨੀਮੀਆਂ ਹੋਈਆਂ ਨੇ, ਘਪਲਾ ਹੋਇਆ, ਅਸੀਂ ਉਹਨੂੰ ਉਜਾਗਰ ਕਰਾਂਗੇ। ਇਹਨਾਂ ਨੇ ਥਰਡ ਪਾਰਟੀ ਆਡਿਟ ਵੀ ਕਰਾਇਆ ਔਰ ਇਹਨਾਂ ਨੇ ਆਪ ਮੰਨਿਆ ਸੀ ਕਿ ਹੁਣ ਤੱਕ ਜੋ ਅਸੀਂ ਆਡਿਟ ਕਰਾਇਆ ਉਹਦੇ ਵਿੱਚ 500 ਕਰੋੜ ਰੁਪਏ ਤੋਂ ਵੀ ਵੱਧ ਦਾ ਘਪਲਾ ਜਿਹੜਾ ਉਹ ਸਾਹਮਣੇ ਆ ਚੁੱਕਿਆ ਹੈ। ਲੇਕਿਨ ਉਹਦੇ ਬਾਵਜੂਦ ਵੀ ਸਰਕਾਰ ਦੇ ਜਿਹੜੇ ਦਿਨ ਹੁਣ ਪੁੱਗਣ ਵਾਲੇ ਨੇ, ਕਿਉਂਕਿ 5 ਸਾਲਾਂ ਲਈ ਸਰਕਾਰ ਚੁਣੀ ਜਾਂਦੀ ਹੈ, 3.5 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਹਲੇ ਤੱਕ ਜਿਹੜਾ ਗਰੀਬ ਵਰਗ ਨਾਲ ਸੰਬੰਧਿਤ ਨੇ, ਚਾਹੇ ਉਹ ਅਨੁਸੂਚਿਤ ਜਾਤੀ ਵਰਗ ਦੇ ਲੋਕ ਨੇ, ਚਾਹੇ ਉਹ ਪਛੜੇ ਵਰਗਾਂ ਦੇ ਲੋਕ ਨੇ, ਚਾਹੇ ਧਾਰਮਿਕ ਘੱਟ ਗਿਣਤੀਆਂ ਦੇ ਜਿਹੜੇ ਵਿਦਿਆਰਥੀ ਨੇ, ਉਹਨਾਂ ਨੂੰ ਇਹਦਾ ਜਿਹੜਾ ਸਕੀਮ ਦਾ ਲਾਹਾ ਮਿਲਦਾ ਸੀ। ਲੇਕਿਨ ਪਿਛਲੇ 3.5 ਸਾਲਾਂ ਤੋਂ ਉਹਨਾਂ ਨੂੰ ਖੱਜਲ ਖੁਆਰੀ ਕੀਤੀ ਜਾ ਰਹੀ ਹੈ। ਉਹਨਾਂ ਦਾ ਜਿਹੜਾ ਰੁਪਇਆ, ਜਿਸ ਤਰੀਕੇ ਨਾਲ ਪਿਛਲੇ ਦਿਨੀ ਐਡੀਸ਼ਨਲ ਚੀਫ ਸੈਕਟਰੀ ਨੇ ਆਪਣੇ ਪੱਧਰ ਦੇ ਉੱਤੇ
ਜਿਹੜਾ ਉਹਦਾ ਮੁਲਾਂਕਣ ਕੀਤਾ। ਮੁਲਾਂਕਣ ਦੇ ਵਿੱਚ ਦੇਖਿਆ ਕਿ ਜਿਹੜਾ ਜੋ ਸਾਧੂ ਸਿੰਘ ਜੀ ਧਰਮ ਸਰੋਤ ਨੇ ਮੰਤਰੀ ਨੇ ਸੰਬੰਧਿਤ ਜਿਹੜੇ ਮਹਿਕਮੇ ਦੇ, ਉਹਨਾਂ ਨੇ ਉਹਦੇ ਵਿੱਚ ਲਗਭਗ ਜਿਹੜਾ 64 ਕਰੋੜ ਦੇ ਕਰੀਬ ਦੀ ਬੇਨੀਮੀਆਂ ਪਾਈਆਂ ਗਈਆਂ, ਔਰ ਜੋ ਸੈਂਟਰ ਦੇ ਵਿੱਚੋਂ ਪੈਸਾ ਦਿੱਤਾ ਗਿਆ 309 ਕਰੋੜ ਰੁਪਈਆ, ਉਸ ਨੂੰ ਵੀ ਉਹਦਾ ਜਿਹੜਾ ਵਿਤਰਨ ਹੈ ਉਹ ਸਹੀ ਢੰਗ ਨਾਲ ਨਹੀਂ ਕੀਤਾ। ਔਰ ਉਸ ਦੇ ਨਾਲ ਜਿਹੜੇ ਪਛੜੇ ਵਰਗਾਂ ਦੇ ਧਾਰਮਿਕ ਘੱਟ ਗਿਣਤੀਆਂ ਦੇ ਲੋਕ ਨੇ, ਪਿਛਲੇ 3.5 ਸਾਲਾਂ ਦੇ ਵਿੱਚ ਉਹਨਾਂ ਨੂੰ ਕੋਈ ਮੇਨਟੇਨੈਂਸ ਜਿਹੜੇ ਚਾਰजेस ਨੇ ਉਹ ਨਹੀਂ ਦਿੱਤੇ। ਉਹਨਾਂ ਦੀ ਜਿਹੜੀ ਫੀਸਾਂ ਜਿਹੜੀਆਂ ਆਈਆਂ ਨੇ ਅੱਜ ਤੱਕ ਵੀ ਉਹਨਾਂ ਨੇ ਰੋਕੀਆਂ ਹੋਈਆਂ ਨੇ। ਇਹਨਾਂ ਨੇ ਪਿਛਲੇ ਸਮੇਂ ਦੌਰਾਨ ਪਿਕ ਐਂਡ ਚੂਜ਼ ਕੀਤਾ, ਪਿਕ ਐਂਡ ਚੂਜ਼ ਕਰਕੇ ਆਪਣੇ ਜਿਹੜੇ ਚਹੇਤੇ ਇਹਨਾਂ ਦੇ ਕਾਲਜਸ ਨੇ, ਯੂਨੀਵਰਸਿਟੀ ਨੇ, ਪੋਲੀਟੈਕਨੀਕਲ ਕਾਲਜਸ ਨੇ, ਉਹਨਾਂ ਨੂੰ ਪੈਸੇ ਦਾ ਵਿਤਰਨ ਕੀਤਾ ਗਿਆ। ਔਰ ਵਿਤਰਨ ਦੇ ਵਿੱਚ ਵੱਡੇ ਪੱਧਰ ਤੇ ਜਿਹੜੇ ਬੇਨੀਮੀਆਂ ਘਪਲਾ ਪਾਇਆ ਗਿਆ। ਲੇਕਿਨ ਜਦੋਂ ਇਹ ਘਪਲਾ ਐਡੀਸ਼ਨਲ ਚੀਫ ਸੈਕਟਰੀ ਸ਼੍ਰੀ ਕਿਰਪਾ ਸ਼ੰਕਰ ਸਰੋਜ ਜੀ ਨੇ ਉਜਾਗਰ ਕੀਤਾ ਤਾਂ ਉਸ ਦੇ ਉੱਤੇ ਬਹੁਤ ਜਿਹੜਾ ਰੌਲਾ ਪਿਆ। ਔਰ ਰੌਲਾ ਪੈਣ ਤੋਂ ਬਾਅਦ ਇਹ ਗੱਲ ਸਾਰੀਆਂ ਪੋਲੀਟੀਕਲ ਪਾਰਟੀਆਂ, ਸਮਾਜਿਕ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ ਨੇ ਵੱਡੇ ਪੱਧਰ ਦੇ ਉੱਤੇ ਇਸ ਦੇ ਉੱਤੇ ਜਾਂਚ ਕਰਾਉਣ ਦੀ ਗੱਲ ਕੀਤੀ ਗਈ। ਲੇਕਿਨ ਕੈਪਟਨ ਅਮਰਿੰਦਰ ਸਿੰਘ ਜੀ ਦੇ ਕੰਨਾਂ ਦੇ ਉੱਤੇ ਕੋਈ ਜੂੰ ਨਹੀਂ ਸਰਕੀ। ਉਹਨਾਂ ਨੇ ਆਪਣੇ ਮੰਤਰੀ ਨੂੰ ਬਚਾਉਣ ਦੇ ਲਈ ਸਾਰੇ ਜਿਹੜੇ ਯਤਨ ਸ਼ੁਰੂ ਕਰ ਦਿੱਤੇ। ਔਰ ਜਿਹੜੇ ਕੁਝ ਕੀਤਾ ਗਿਆ ਉਹ ਸਾਰਾ ਕੁਝ ਤੱਥਾਂ ਤੇ ਆਧਾਰਿਤ ਹੈ। ਲੇਕਿਨ ਅੱਜ ਜਿਹੜਾ ਤਰਕ ਦਿੱਤਾ ਜਾ ਰਿਹਾ ਉਹ ਤਰਕ ਇਸ ਤਰੀਕੇ ਨਾਲ ਦਿੱਤਾ ਜਾ ਰਿਹਾ ਕਿ ਜਿਸ ਤਰੀਕੇ ਨਾਲ ਮੰਤਰੀ ਨੇ ਕੁਝ ਕੀਤਾ ਹੀ ਨਹੀਂ। ਜਦੋਂ ਪਿਛਲੇ 3 ਸਾਲਾਂ ਦੇ 3.5 ਸਾਲਾਂ ਦੇ ਵਿੱਚ ਮੰਤਰੀ ਆਪ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹਿੰਦਾ ਰਿਹਾ ਕਿ ਜੋ ਅਸੀਂ ਸਰਕਾਰ ਨੇ ਆਡਿਟ ਕਰਾਇਆ ਉਸ ਆਡਿਟ ਦੇ ਵਿੱਚ 500 ਕਰੋੜ ਰੁਪਏ ਤੋਂ ਵੀ ਵੱਧ ਦਾ ਘਪਲਾ ਜਿਹੜਾ ਉਜਾਗਰ ਹੋਇਆ। ਸਾਧੂ ਸਿੰਘ ਧਰਮਸੋਤ ਨੇ ਇਹ ਕਿਹਾ ਹੈ ਕਿ ਘਪਲਾ ਉਜਾਗਰ ਹੁੰਦਾ, ਪਰ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਇਹ ਘਪਲਾ ਸਾਹਮਣੇ ਆਉਂਦਾ ਉਸ ਫਾਈਲ ਦੇ ਉੱਤੇ ਤਾਂ ਮੇਰੇ ਦਸਤਖਤ ਹੀ ਨਹੀਂ ਨੇ। ਇਹ ਕਲੈਰੀਫਾਈ ਕੀਤਾ ਜਾ ਰਿਹਾ ਬਾਰ-ਬਾਰ ਧਰਮਸੋਤ ਦੇ ਵੱਲੋਂ। ਲੇਕਿਨ ਮੈਂ ਇਹ ਗੱਲ ਬੜੇ ਵਿਸ਼ਵਾਸ ਤੇ ਭਰੋਸੇ ਨਾਲ ਕਹਿ ਸਕਦਾ ਕਿ ਜੋ ਫਾਈਲਾਂ ਦੇ ਉੱਤੇ ਦਸਤਖਤ ਨੇ ਉਹ ਸਾਧੂ ਸਿੰਘ ਜੀ ਧਰਮ ਸਰੋਤ ਦੇ ਨੇ। ਇਹਨਾਂ ਨੇ ਓਵਰ ਪਾਸ ਕਰਕੇ ਜਿਹੜਾ ਡਾਇਰੈਕਟਰ ਸੀ ਉਹਨੇ ਡਿਪਟੀ ਡਾਇਰੈਕਟਰ ਨੂੰ ਪਾਵਰਾਂ ਦਵਾਈਆਂ, ਪਾਵਰਾਂ ਦਵਾ ਕੇ ਜਿਹੜਾ ਪੈਸੇ ਦਾ ਵਿਤਰਨ ਕੀਤਾ ਗਿਆ। ਔਰ ਵਿਤਰਨ ਕਰਕੇ ਜਿਹੜੇ ਕਾਲਜਸ ਨੇ, ਯੂਨੀਵਰਸਿਟੀਜ਼ ਨੇ, ਪੋਲੀਟੈਕਨੀਕਲ ਕਾਲਜਸ ਨੇ, ਉਹਨਾਂ ਨੂੰ ਪੈਸਾ ਜਿਹੜਾ ਉਹ ਦਿੱਤਾ ਗਿਆ। ਜਦੋਂ ਕਿ ਇਹਨਾਂ ਦੇ ਹੀ ਆਡਿਟ ਦੇ ਵਿੱਚ ਔਰ ਸੈਂਟਰ ਦੀ ਜਿਹੜੀ ਕੈਗ ਹੈ, ਕੈਗ ਦੀ ਰਿਪੋਰਟ ਦੇ ਵਿੱਚ ਜਿਹੜੇ ਕਾਲਜਸ, ਯੂਨੀਵਰਸਿਟੀਆਂ ਵਾਲੇ ਦੋਸ਼ੀ ਸੀ ਉਹਨਾਂ ਨੂੰ ਹੀ ਪੈਸੇ ਦਾ ਜਿਹੜਾ ਕਰੋੜਾਂ ਰੁਪਏ ਦਾ ਵਿਤਰਨ ਕੀਤਾ ਗਿਆ। ਔਰ ਇਹਨਾਂ ਨੇ ਜਿਹੜਾ ਆਡਿਟ ਕਰਾਇਆ ਉਹਨਾਂ ਤੋਂ ਜਿਹੜਾ ਪੈਸਾ ਵਸੂਲਣ ਦੀ ਬਜਾਏ ਉਹਨਾਂ ਨੂੰ ਇਹਨਾਂ ਨੇ ਪੈਸਾ ਰਿਲੀਜ਼ ਕੀਤਾ। ਜਿਹੜਾ ਇਹ ਸਾਰਾ ਸਕੈਮ ਜਿਹੜਾ ਘਪਲਾ ਉਜਾਗਰ ਹੋਇਆ, ਇਸ ਨੂੰ ਦਬਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਲੀਨ ਚਿੱਟ ਦੇ ਦਿੱਤੀ ਗਈ ਹੈ ਕਿ ਉਹਨਾਂ ਦੇ ਜਿਹੜੇ ਮੰਤਰੀ ਨੇ ਉਹ ਬਿਲਕੁਲ ਨਿਰਦੋਸ਼ ਨੇ, ਉਹਨਾਂ ਤੇ ਕੋਈ ਦਾਗ ਨਹੀਂ ਹੈ। ਤੇ ਹੁਣ ਤੁਸੀਂ ਸ਼ਡਿਊਲ ਕਾਸਟ ਦੀ ਨੁਮਾਇੰਦਗੀ ਕਰਦੇ ਹੋ, ਨੁਮਾਇੰਦੇ ਹੋਣ ਦੇ, ਆਗੂ ਹੋਣ ਦੇ, ਹੁਣ ਤੁਹਾਡੀ ਅਗਲੀ ਰਣਨੀਤੀ ਕੀ ਹੋਏਗੀ? ਕਿਉਂਕਿ ਅਸੀਂ ਪਿਛਲੇ ਲਗਭਗ 8-10 ਸਾਲਾਂ ਤੋਂ ਇਸ ਮਸਲੇ ਦੇ ਉੱਤੇ ਬੜੀ ਗੰਭੀਰਤਾ ਦੇ ਨਾਲ, ਕਿਉਂਕਿ ਜਿਹੜੀ ਮਾਰਜਨਲਾਈਜ਼ ਸੁਸਾਇਟੀ ਹੈ, ਗਰੀਬ ਵਰਗ ਦੇ ਲੋਕ ਨੇ, ਉਹਨਾਂ ਬੱਚਿਆਂ ਨੂੰ ਉੱਚ ਸਿੱਖਿਆ ਦੇ ਲਈ ਜੋ ਸੈਂਟਰ ਸਪਾਂਸਰ ਸਕੀਮ ਹੈ ਉਸ ਦੇ ਵਿੱਚ ਬੈਨੀਫਿਟ ਹੁੰਦਾ, ਫਾਇਦਾ ਮਿਲਦਾ। ਉਸ ਫਾਇਦੇ ਦੇ ਲਈ ਅਸੀਂ ਲਗਾਤਾਰ ਯਤਨਸ਼ੀਲ ਹਾਂ ਔਰ ਜਿਹੜੇ ਘਪਲੇ ਨੇ ਅਸੀਂ ਉਹਨਾਂ ਨੂੰ ਉਜਾਗਰ ਕੀਤਾ। ਹੁਣ ਜਦੋਂ ਇਹ ਰੀਸੈਂਟ ਵੀ ਜਿਹੜਾ ਘਪਲਾ ਸਾਹਮਣੇ ਆਇਆ, ਅਸੀਂ ਉਸ ਸੰਬੰਧ ਦੇ ਵਿੱਚ ਆਪਣੇ ਪੱਧਰ ਤੇ, ਕਿਉਂਕਿ ਜੋ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹਿਆ, ਮੈਂ ਤੁਹਾਨੂੰ ਇੱਕ ਗੱਲ ਉਹੀ ਕਲੀਅਰ ਕਰਨਾ ਚਾਹੁੰਦਾ ਕਿ ਅਸੀਂ ਮੁੱਖ ਮੰਤਰੀ ਜੀ ਨੂੰ ਕਿਹਾ ਕਿ ਇਸ ਦੀ ਤੁਸੀਂ ਜਿਹੜੀ ਜਦੋਂ ਦੂਸਰੇ ਸੂਬਿਆਂ ਨੇ ਇਹਦੀ CBI ਦੀ ਇਨਕੁਆਇਰੀ ਮਾਰਕ ਕਰ ਦਿੱਤੀ ਹੈ, ਇਨਕੁਆਇਰੀ ਉਹਨਾਂ ਨੂੰ ਰੈਫਰ ਕਰ ਦਿੱਤੀ ਹੈ, ਜਿਵੇਂ ਸਾਡੇ ਲਾਗਲਾ ਸੂਬਾ ਹਰਿਆਣਾ ਹੈ ਔਰ ਹਿਮਾਚਲ ਪ੍ਰਦੇਸ਼ ਹੈ, ਉੱਤਰ ਪ੍ਰਦੇਸ਼ ਹੈ, ਉਹਨਾਂ ਨੇ ਇਸ ਘਪਲੇ ਦੇ ਵਿੱਚ ਜਿਹੜੀਆਂ ਬੇਨੀਮੀਆਂ 2018 ਦੇ ਵਿੱਚ ਸਤੰਬਰ ਦੇ ਵਿੱਚ ਪਾਰਲੀਮੈਂਟ 'ਚ ਕੈਗ ਨੇ ਰਿਪੋਰਟ ਪੇਸ਼ ਕੀਤੀ, ਉਹਦੇ ਵਿੱਚ ਬੇਨੀਮੀਆਂ ਪਾਈਆਂ ਗਈਆਂ ਸੀ। ਔਰ ਉਸ ਤਰੀਕੇ ਦੇ ਨਾਲ ਇਹਨਾਂ ਨੇ ਅੱਜ ਤੱਕ, ਕਿਉਂਕਿ ਇਹਦੇ ਵਿੱਚ ਰਾਜਨੀਤਿਕ ਲੋਕਾਂ ਦੇ ਜਿਹੜੇ ਕਾਲਜਸ ਨੇ, ਯੂਨੀਵਰਸਿਟੀਆਂ ਨੇ, ਉਹਨਾਂ ਦੇ ਵਿੱਚ ਹਿੱਸੇਦਾਰੀ ਵੀ ਹੈ ਔਰ ਸਿੱਧੇ ਉਹਨਾਂ ਦੇ ਕਾਲਜਸ ਨੇ, ਉਹਨਾਂ ਨੂੰ ਬਚਾਉਣ ਦੀ ਖਾਤਰ ਕੈਪਟਨ ਅਮਰਿੰਦਰ ਸਿੰਘ ਹਰ ਉਪਰਾਲਾ, ਹਰ ਸੰਭਵ ਜਿਹੜੀ ਉਹ ਕੋਸ਼ਿਸ਼ ਕਰ ਰਹੀ ਹੈ। ਉਸੇ ਕੋਸ਼ਿਸ਼ ਸੰਭਵ ਦੇ ਤਹਿਤ ਅੱਜ ਜਿਹੜੀ ਹੈ ਸਾਧੂ ਸਿੰਘ ਧਰਮ ਸਰੋਤ ਨੂੰ ਜਿਹੜੀ ਇਹਨਾਂ ਨੇ ਕਲੀਨ ਚਿੱਟ ਦਿੱਤੀ ਹੈ। ਔਰ ਜਿੱਥੇ ਤੱਕ ਪਿਛਲੇ 3.5 ਸਾਲਾਂ ਦਾ ਅਸੀਂ ਜ਼ਿਕਰ ਕਰਦੇ ਹਾਂ ਕਿ ਇਹ ਗੱਲ ਦੀ ਹੈਰਾਨੀ ਹੈ ਕਿ ਜਿਹੜੇ 5 ਲੱਖ ਤੋਂ ਵੱਧ ਬੱਚਿਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਦੌਰਾਨ ਜਿਹੜਾ ਫਾਇਦਾ ਹੋਇਆ ਸੀ, ਉਹਨਾਂ ਦੇ ਜਿਹੜੇ
ਆਪਣੀ ਨਾ ਤਾਂ ਉਹਨਾਂ ਨੂੰ ਡਿਗਰੀਆਂ ਦਿੱਤੀਆਂ ਗਈਆਂ ਔਰ ਨਾ ਹੀ ਉਹਨਾਂ ਨੂੰ ਉਹਨਾਂ ਦੇ ਜਿਹੜੇ ਸਰਟੀਫਿਕੇਟ ਦਿੱਤੇ ਜਾ ਰਹੇ ਜਿਹੜੇ ਨੇ। ਸਰਟੀਫਿਕੇਟ ਔਰ ਡਿਗਰੀਆਂ ਲੈਣ ਲਈ ਖੱਜਲ ਖੁਆਰ ਹੋਏ ਨੇ ਵਿਦਿਆਰਥੀ, ਕੀ ਉਹਨਾਂ ਦੇ ਵੱਲੋਂ ਤੁਹਾਡੇ ਤੱਕ ਅਪਰੋਚ ਕੀਤਾ ਗਿਆ? ਕਿਉਂਕਿ ਸਾਨੂੰ ਹਜ਼ਾਰਾਂ ਜਿਹੜੇ ਬੱਚੇ ਨੇ ਉਹ ਅਪਰੋਚ ਕਰਦੇ ਨੇ ਕਿ ਉਹ ਕਹਿੰਦੇ ਨੇ ਕਿ ਸਾਡੇ ਜਿਹੜੇ ਕਾਲਜਸ ਯੂਨੀਵਰਸਿਟੀਆਂ ਵਾਲੇ ਲੋਕ ਨੇ, ਇਹ ਮੈਨੇਜਮੈਂਟ ਹੈ ਇਹਨਾਂ ਦੀ, ਇਹ ਸਾਡੇ ਬੱਚਿਆਂ ਦੇ ਜਿਹੜੇ ਸਾਨੂੰ ਇੱਕ ਤਾਂ ਡਿਗਰੀ ਦੇਣ ਤੋਂ ਇਨਕਾਰ ਕਰਦੇ ਨੇ, ਕਿਉਂਕਿ ਉਹ ਕਹਿੰਦੇ ਨੇ ਕਿ ਤੁਸੀਂ ਸਾਨੂੰ ਪਿਛਲਾ ਜਿਹੜਾ ਬਕਾਇਆ ਦਿਓ, ਔਰ ਦੂਜੇ ਜਿਹੜੇ ਅਸੀਂ ਐਡਮਿਸ਼ਨ ਲੈਂਦੇ ਹਾਂ, ਐਡਮਿਸ਼ਨ ਦੇ ਦੌਰਾਨ ਸਾਡੇ ਕੋਲ ਜਿਹੜੇ ਸਰਟੀਫਿਕੇਟ ਨੇ ਉਹ ਸਰਟੀਫਿਕੇਟ ਲੈ ਕੇ ਰੱਖ ਲੈਂਦੇ ਨੇ, ਔਰ ਇਹ ਪਿਛਲੇ 3.5 ਸਾਲਾਂ ਤੋਂ ਉਹਨਾਂ ਬੱਚਿਆਂ ਦੇ ਜਿਹੜੇ ਸਰਟੀਫਿਕੇਟ ਨਹੀਂ ਦੇ ਰਹੇ, ਨਾ ਹੀ ਡਿਗਰੀਆਂ ਦੇ ਰਹੇ। ਜਿਹੜਾ ਫੇਸਬੁੱਕ ਤੇ ਲਾਈਵ ਪ੍ਰੋਗਰਾਮ ਚਲਾਉਂਦੇ ਨੇ, ਕੈਪਟਨ ਅਮਰਿੰਦਰ ਸਿੰਘ ਜੀ ਨੂੰ ਵੀ ਬਹੁਤ ਬੰਦਿਆਂ ਨੇ ਇਹ ਗੱਲ ਬੱਚਿਆਂ ਨੇ ਅਪਰੋਚ ਕੀਤਾ ਕਿ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ, ਹੋਰ ਜਿਹੜੀ ਲਵਲੀ ਯੂਨੀਵਰਸਿਟੀ ਹੈ, ਹੋਰ ਜਿਹੜੀ ਯੂਨੀਵਰਸਿਟੀ ਕਾਲਜਸ ਨੇ, ਉਹਨਾਂ ਨੇ ਲੱਖਾਂ ਬੱਚਿਆਂ ਦੇ ਜਿਹੜੇ ਨੇ ਉਹ ਜਿਹੜੇ ਨਾ ਤਾਂ ਡਿਗਰੀਆਂ ਦਿੱਤੀਆਂ ਨਾ ਹੀ ਉਹਨਾਂ ਨੂੰ ਸਰਟੀਫਿਕੇਟ ਦਿੱਤੇ, ਕਿਉਂਕਿ ਉਹਨਾਂ ਦਾ ਭਵਿੱਖ ਜਿਹੜਾ ਇਹ ਅੱਜ ਤਬਾਹ ਕਰਨ ਤੇ ਤੁਲੇ ਹੋਏ ਨੇ, ਉਹਨਾਂ ਦਾ ਬਰਬਾਦ ਕਰ ਦਿੱਤਾ। ਹੁਣ ਰੀਸੈਂਟ ਜਿਹੜੀ ਐਕਸ਼ਨ ਕਮੇਟੀ ਹੈ ਕਾਲਜਸ ਯੂਨੀਵਰਸਿਟੀ ਦੀ ਮੈਨੇਜਮੈਂਟ ਹੈ, ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਅਸੀਂ ਜਿਹੜੇ ਗਰੀਬ ਵਰਗ ਦੇ ਬੱਚੇ ਨੇ, ਚਾਹੇ ਉਹ ਅਨੁਸੂਚਿਤ ਜਾਤੀ ਵਰਗ ਚੋਂ ਨੇ, ਚਾਹੇ ਪਛੜੇ ਵਰਗਾਂ ਚੋਂ ਨੇ, ਚਾਹੇ ਧਾਰਮਿਕ ਘੱਟ ਗਿਣਤੀਆਂ ਚੋਂ ਨੇ, ਅਸੀਂ ਉਹਨਾਂ ਦਾ ਦਾਖਲਾ ਨਹੀਂ ਕਰਾਂਗੇ। ਹੁਣ ਸਾਲ ਜਿਹੜਾ ਖਤਮ ਹੋਣ ਤੇ ਆ ਰਿਹਾ, ਲੇਕਿਨ 3 ਲੱਖ ਤੋਂ ਵੱਧ ਬੱਚਿਆਂ ਨੂੰ ਉਹਨਾਂ ਨੇ ਐਡਮਿਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ। ਸਰਕਾਰ ਨੇ ਉਸ ਪ੍ਰਤੀ ਕੋਈ ਧਿਆਨ ਨਹੀਂ ਦਿੱਤਾ। ਪਿਛਲੇ 3.5 ਸਾਲ ਤੋਂ 5 ਲੱਖ ਤੋਂ ਵੱਧ ਬੱਚਿਆਂ ਨੂੰ ਜਿਹੜੀ ਡਿਗਰੀ ਤੇ ਉਹਨਾਂ ਦੇ ਸਰਟੀਫਿਕੇਟ ਨਹੀਂ ਦਿੱਤੇ ਜਾ ਰਹੇ, ਉਹ ਤੇ ਸਰਕਾਰ ਕੁਝ ਨਹੀਂ ਕਰ ਰਹੀ। ਸਿਰਫ ਤੇ ਸਿਰਫ ਆਪਣੇ ਮੰਤਰੀ ਨੂੰ ਬਚਾਉਣ ਦੇ ਲਈ ਇਹ ਸਾਰਾ ਜਿਹੜਾ ਇਹਨਾਂ ਨੇ ਅਡੰਬਰ ਰਚਿਆ ਗਿਆ। ਅੱਜ ਉਹਨਾਂ ਨੇ ਇਸ ਨੂੰ ਬਚਾਉਣ ਦੇ ਲਈ ਜਿਹੜੀ ਕਲੀਨ ਚਿੱਟ ਦੇ ਦਿੱਤੀ, ਜਦੋਂ ਐਡੀਸ਼ਨਲ ਚੀਫ ਸੈਕਟਰੀ ਨੇ ਤੁਹਾਨੂੰ ਰਿਪੋਰਟ ਸਬਮਿਟ ਕੀਤੀ ਹੈ, ਰਿਪੋਰਟ ਦੇ ਵਿੱਚ ਦੱਸਿਆ ਕਿ ਇਹਦੇ ਵਿੱਚ ਜਿਹੜਾ ਪੈਸਾ ਰਿਲੀਜ਼ ਕੀਤਾ ਗਿਆ ਉਹਦੇ ਵਿੱਚ ਵੱਡੇ ਪੱਧਰ ਤੇ ਬੇਨੀਮੀਆਂ ਪਾਈਆਂ ਗਈਆਂ ਨੇ, ਔਰ ਇਹਨਾਂ ਨੇ 3 ਮੈਂਬਰੀ ਪੈਨਲ ਬਣਾਇਆ। ਉਸ ਪੈਨਲ ਦੇ ਵਿੱਚ ਜਦੋਂ ਚੀਫ ਸੈਕਟਰੀ ਨੂੰ ਇਹਨਾਂ ਨੇ ਆਰਡਰ ਕੀਤੇ ਕਿ ਉਹਨਾਂ ਦੀ ਇਨਕੁਆਇਰੀ ਕਰੇ, ਤਾਂ ਇਨਕੁਆਇਰੀ ਦੇ ਵਿੱਚ 3 ਜਿਹੜੇ ਬੰਦਿਆਂ ਦਾ ਪੈਨਲ ਬਣਾ ਕੇ ਇਹਨਾਂ ਨੇ ਰਿਪੋਰਟ ਸਬਮਿਟ ਕੀਤੀ। ਹੈਰਾਨੀ ਦੀ ਗੱਲ ਹੈ ਕਿ ਜਿਹੜਾ ਉਸ ਪੈਨਲ ਦੇ ਵਿੱਚ ਇੱਕ ਮੈਂਬਰ ਸੀਗਾ, ਉਸ ਨੂੰ ਇਹਨਾਂ ਨੇ ਪ੍ਰਿੰਸੀਪਲ ਸੈਕਟਰੀ ਲਾ ਦਿੱਤਾ, ਕਿ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡੇ ਮੰਤਰੀ ਨੂੰ ਬਚਾਉਣਾ ਕਿਵੇਂ ਆ। ਉਹ ਬਚਾਉਣ ਦੇ ਲਈ ਉਸ ਨੂੰ ਦੇਖੋ ਜਿਹੜਾ ਪ੍ਰਿੰਸੀਪਲ ਸੈਕਟਰੀ ਲਾ ਦਿੱਤਾ ਮਹਿਕਮੇ ਦਾ। ਹੈਰਾਨਗੀ ਦੀ ਗੱਲ ਹੈ। ਸਰ ਮੇਰਾ ਸਵਾਲ ਇਹ ਸੀ ਕਿ ਤੁਹਾਡੀ ਜਿਹੜੀ ਰਣਨੀਤੀ ਹੈ ਹੁਣ ਅਗਲੀ ਕੀ ਹੋਏਗੀ ਅਨੁਸੂਚਿਤ ਜਾਤੀਆਂ ਲਈ, ਵਿਦਿਆਰਥੀਆਂ ਲਈ ਜੋ ਕਲੀਨ ਚਿੱਟ ਜਿਹੜੀ ਦਿੱਤੀ ਗਈ ਹੈ ਇਸ ਘਪਲੇ ਲਈ, ਉਹਦੇ ਮਾਮਲੇ ਦੇ ਵਿੱਚ ਹੁਣ ਤੁਸੀਂ ਅੱਗੇ ਕੀ ਕਰਨ ਵਾਲੇ? ਅਸੀਂ ਜੋ ਲਾਈਕ ਮਾਈਂਡਡ ਸਾਡੀਆਂ ਜਥੇਬੰਦੀਆਂ ਨੇ, ਚਾਹੇ ਸੰਤ ਸਮਾਜ ਹੈ, ਚਾਹੇ ਭਗਵਾਨ ਵਾਲਮੀਕ ਜੀ ਦੇ ਨਾਮ ਤੇ ਨੇ, ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਨੇ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਨਾਮ ਤੇ ਨੇ, ਜਾਂ ਜਿਹੜੀਆਂ ਨੌਨ ਪੋਲੀਟੀਕਲ ਆਰਗੇਨਾਈਜੇਸ਼ਨ ਨੇ, ਅਸੀਂ ਉਹਨਾਂ ਦੇ ਨਾਲ ਅਪਰੋਚ ਕੀਤੀ ਹੈ। ਕਿਉਂਕਿ ਉਹਨਾਂ ਨੇ ਕੱਲ ਇੱਕ ਮੀਟਿੰਗ ਵੀ ਕੀਤੀ ਜਲੰਧਰ ਦੇ ਵਿੱਚ, ਉਹਦੇ ਵਿੱਚ ਇਹ ਫੈਸਲਾ ਹੋਇਆ ਕਿ ਜਾਂ ਤਾਂ ਸਰਕਾਰ ਜਿਹੜੀ ਹੈ 7 ਤਾਰੀਖ ਤੱਕ ਜਿਹੜੀ ਹੈ ਇਸ ਮਸਲੇ ਨੂੰ ਸੁਲਝਾਏ, ਕਿਉਂਕਿ 3 ਲੱਖ ਤੋਂ ਵੱਧ ਬੱਚਿਆਂ ਨੂੰ ਜਿਹੜੀ ਐਡਮਿਸ਼ਨ ਤੋਂ ਵੰਚਿਤ ਹੋਣਾ ਪੈ ਗਿਆ, ਔਰ 5 ਲੱਖ ਤੋਂ ਵੱਧ ਜਿਹੜੇ ਬੱਚੇ ਨੇ ਉਹਨਾਂ ਨੂੰ ਕਾਲਜਸ ਯੂਨੀਵਰਸਿਟੀਜ਼ ਵਾਲਿਆਂ ਨੇ ਜਿਹੜੇ ਸਰਟੀਫਿਕੇਟ ਤੇ ਡਿਗਰੀਆਂ ਦੇਣ ਤੋਂ ਇਨਕਾਰ ਕਰ ਦਿੱਤਾ। ਔਰ ਦੂਸਰੀ ਜਿਹੜੀ ਅਸੀਂ ਇਹ ਕਹਿੰਦੇ ਆ ਕਿ ਜਦੋਂ ਤੁਹਾਡੇ ਐਡੀਸ਼ਨਲ ਚੀਫ ਸੈਕਟਰੀ ਨੇ ਇਨਕੁਆਇਰੀ ਕਰ ਲਈ, ਤੁਹਾਡੇ ਜਿਹੜੀ ਆਪਣਾ 3 ਮੈਂਬਰੀ ਪੈਨਲ ਬਣਾਇਆ ਉਸਨੇ ਇਨਕੁਆਇਰੀ ਕਰ ਲਈ, ਉਹਦੇ ਵਿੱਚ ਸ਼ਰੇਆਮ ਪਤਾ ਲੱਗਦਾ ਕਿ ਇਸ ਦੇ ਵਿੱਚ ਮਹਿਕਮੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਲਈ ਘਪਲਾ ਕੀਤਾ ਗਿਆ। ਉਸ ਘਪਲੇ ਨੂੰ ਜਦੋਂ ਕੰਫਲਿਕਟ ਹੈ, ਦੋਨਾਂ ਦੇ ਵਿੱਚ ਵਿਵਾਦ ਹੈ, ਤਾਂ ਮੈਂ ਇਹ ਚਾਹੁੰਦਾ ਕਿ ਇਸ ਦੀ ਇਨਕੁਆਇਰੀ ਹੈ ਉਹ CBI ਨੂੰ ਮਾਰਕ ਕੀਤੀ ਜਾਣੀ ਚਾਹੀਦੀ ਹੈ। ਔਰ ਸਾਰੀਆਂ ਲਾਈਕ ਮਾਈਂਡਡ ਜਿਹੜੀਆਂ ਜਥੇਬੰਦੀਆਂ ਇਕੱਠੇ ਹੋ ਕੇ ਅਸੀਂ 10 ਤਾਰੀਖ ਨੂੰ ਜਿਹੜਾ ਪੰਜਾਬ ਦੇ ਵਿੱਚ ਚੱਕਾ ਜਾਮ ਕਰਨ ਦਾ ਪ੍ਰੋਗਰਾਮ ਬਣਾਇਆ। ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਅਸੀਂ ਚੱਕਾ ਜਾਮ ਕਰਾਂਗੇ। ਉਹਦੇ ਵਿੱਚ ਇਸ ਗੱਲ ਦੀ ਡਿਮਾਂਡ ਕਰਾਂਗੇ ਕਿ ਜੋ ਸਾਧੂ ਸਿੰਘ ਧਰਮ ਸਰੋਤ ਹੈ ਉਹਨੂੰ ਤੁਰੰਤ ਬਰਖਾਸਤ ਕਰਕੇ ਗ੍ਰਿਫਤਾਰ ਕੀਤਾ ਜਾਵੇ। ਉਹਦੇ ਤੇ ਕਰਪਸ਼ਨ ਦੇ ਐਕਟ ਦੇ ਤਹਿਤ ਜਿਹੜਾ ਪਰਚਾ ਦਰਜ ਹੋਣਾ ਚਾਹੀਦਾ ਹੈ। ਔਰ ਦੂਜਾ, ਜਿਨ੍ਹਾਂ ਕਾਲਜਸ ਯੂਨੀਵਰਸਿਟੀ ਵਾਲਿਆਂ ਨੇ ਬੇਨੀਮੀਆਂ ਕਰੀਆਂ ਨੇ ਉਹਨਾਂ ਦੇ ਖਿਲਾਫ ਵੀ ਤੁਰੰਤ FIR ਦਰਜ ਹੋਣੀ ਚਾਹੀਦੀ ਹੈ। 3 ਲੱਖ ਬੱਚਿਆਂ ਨੂੰ ਜਿਹੜੀ ਹੈ ਐਡਮਿਸ਼ਨਾਂ ਜਿਹੜੀਆਂ ਨੇ ਉਹ ਤੁਰੰਤ ਦਿੱਤੀਆਂ ਜਾਣੀਆਂ ਚਾਹੀਦੀਆਂ। ਔਰ ਜਿਨ੍ਹਾਂ ਦੇ ਪਿਛਲੇ ਸਮੇਂ ਦੌਰਾਨ ਹੁਣੀ ਪਿਛਲੇ ਦਿਨੀ ਜਿਹੜਾ ਐਗਜ਼ਾਮ ਹੋਇਆ, ਉਹਨਾਂ ਬੱਚਿਆਂ ਨੂੰ ਰੋਲ ਨੰਬਰ ਨਾ ਮਿਲਣ ਕਾਰਨ ਉਹਨਾਂ ਦੇ ਜਿਹੜੇ ਐਗਜ਼ਾਮ ਤੋਂ ਵਾਂਝੇ ਰਹਿ ਗਏ, ਉਹਨਾਂ ਨੂੰ ਐਗਜ਼ਾਮ ਦੇ ਵਿੱਚ ਬੈਠਣ ਦਾ ਇੱਕ ਜਿਹੜਾ ਸਪੈਸ਼ਲ ਜਿਹੜਾ ਮੌਕਾ ਮਿਲਣਾ ਚਾਹੀਦਾ ਹੈ। ਔਰ ਉਹਦੇ ਨਾਲ ਨਾਲ ਜਿਹੜੇ ਬੱਚਿਆਂ ਦੇ ਸਰਟੀਫਿਕੇਟ
ਕਾਲਜਸ ਯੂਨੀਵਰਸਿਟੀਆਂ ਵਾਲਿਆਂ ਨੇ ਰੱਖੇ ਹੋਏ ਨੇ ਉਹ ਤੁਰੰਤ ਉਹਨਾਂ ਨੂੰ ਮਿਲਣੇ ਚਾਹੀਦੇ ਨੇ। ਸਰਕਾਰ ਦੇ ਲਈ ਕਾਲਜਸ ਜਾਂ ਯੂਨੀਵਰਸਿਟੀਆਂ ਤੱਕ ਅਪਰੋਚ ਕੀਤੀ ਗਈ ਤੁਹਾਡੇ ਵੱਲੋਂ, ਸਰਕਾਰ ਵੱਲੋਂ ਜੋ ਅਣਗਹਿਲੀ ਕੀਤੀ ਗਈ ਹੈ ਕਿ ਉਹ ਸੁਧਾਰਨ ਲਈ ਕਾਲਜ ਜਾਂ ਯੂਨੀਵਰਸਿਟੀਆਂ ਤਿਆਰ ਨਹੀਂ, ਅਪਰੋਚ ਕੀਤੀ ਗਈ ਹੈ ਉਹਨਾਂ ਵਿਦਿਆਰਥੀਆਂ ਦੇ ਨਾਲ? ਉਹਨਾਂ ਵਿਦਿਆਰਥੀਆਂ ਦੇ ਨਾਲ ਜਿਹੜੀਆਂ ਜਥੇਬੰਦੀਆਂ, ਅਸੀਂ ਵੀ ਹੋਰ ਵੀ ਜਥੇਬੰਦੀਆਂ, ਕਿਹੜੀ ਜਥੇਬੰਦੀਆਂ ਦਾ ਸਾਥ ਉਹਨਾਂ ਨੇ ਜਿਹੜਾ ਬਹੁਜਨ ਫਰੰਟ ਹੈ ਪੰਜਾਬ ਦੇ ਵਿੱਚ, ਜਿਹੜਾ ਸੰਤ ਸਮਾਜ ਹੈ ਉਹਨਾਂ ਨੇ, ਔਰ ਨੈਸ਼ਨਲ ਸ਼ੈਡਿਊਲ ਕਾਸਟ ਅਲਾਈਅੰਸ ਸਾਡਾ ਜਿਹੜਾ, ਅਸੀਂ ਅਪਰੋਚ ਕੀਤੀ ਕਿ ਇਹਨਾਂ ਬੱਚਿਆਂ ਦੇ ਜਿਹੜੇ ਦਾਖਲੇ ਹੋਣੇ ਚਾਹੀਦੇ ਆ, ਇਹਨਾਂ ਬੱਚਿਆਂ ਦੇ ਤੁਹਾਨੂੰ ਜਿਹੜੇ ਸਰਟੀਫਿਕੇਟ ਆਪਣੇ ਕੋਲ ਰੱਖੇ ਹੋਏ ਨੇ ਉਹ ਮਿਲਣੇ ਚਾਹੀਦੇ, ਇਹਨਾਂ ਨੂੰ ਡਿਗਰੀਆਂ ਮਿਲਣੀਆਂ ਚਾਹੁੰਦੇ ਨੇ। ਉਹ ਕਹਿੰਦੇ ਕਿ ਜਦੋਂ ਤੱਕ ਸਾਡਾ ਵਕਾਇਆ ਨਹੀਂ ਦਿੱਤਾ ਜਾਂਦਾ ਸਰਕਾਰ ਵੱਲੋਂ ਤਾਂ ਅਸੀਂ ਇਹਨਾਂ ਦੇ ਜਿਹੜੇ ਨਾ ਹੀ ਸਰਟੀਫਿਕੇਟ ਦਿਆਂਗੇ ਤੇ ਨਾ ਹੀ ਇਹਨਾਂ ਨੂੰ ਡਿਗਰੀਆਂ ਦੇਾਂਗੇ, ਕਿਉਂਕਿ ਸਰਕਾਰ ਇਹਦੇ ਉੱਤੇ ਜਿਹੜਾ ਕੁਝ ਵੀ ਨਹੀਂ ਕਰਨਾ ਚਾਹੁੰਦੀ, ਸਿਰਫ ਤੇ ਸਿਰਫ ਪੋਲਿਟਿਕਸ ਹੋ ਰਹੀ ਹੈ। ਇਸ ਸਾਰੇ ਘਟਨਾਕ੍ਰਮ ਤੋਂ ਦੁਖੀ ਹੋ ਕੇ ਅਸੀਂ 10 ਅਕਤੂਬਰ ਨੂੰ ਪੰਜਾਬ ਦੇ ਵਿੱਚ ਚੱਕਾ ਜਾਮ ਕਰਨ ਦਾ ਪ੍ਰੋਗਰਾਮ, ਜਿਹੜਾ ਲਾਈਕ ਮਾਈਂਡਡ ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਉਲੀਕਿਆ, ਅਸੀਂ ਉਹਦੇ ਵਿੱਚ ਪੂਰਨ ਤੌਰ ਤੇ ਜਿਹੜਾ ਸਮਰਥਨ ਕਰਦੇ ਹਾਂ ਔਰ ਅੱਗੇ ਵੱਧ ਕੇ ਇਹਦੇ ਵਿੱਚ ਅਸੀਂ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਕੰਮ ਕਰਾਂਗੇ। ਪੂਰੇ ਪੰਜਾਬ ਦੇ ਵਿੱਚ ਹੋਏਗਾ ਜਾਂ ਕੁਝ ਖਾਸ ਜ਼ਿਲ੍ਹਿਆਂ ਦੇ ਵਿੱਚ ਇਹ ਪ੍ਰੋਗਰਾਮ? ਪੂਰੇ ਥਰੂਆਊਟ ਪੰਜਾਬ ਦੇ ਵਿੱਚ ਇਹ ਜਿਹੜਾ ਸਾਰਾ ਚੱਕਾ ਜਾਮ ਕੀਤਾ ਜਾਏਗਾ। ਇਸ ਮਾਮਲੇ ਦੇ ਵਿੱਚ ਜਿਹੜੇ ਪੀੜਿਤ ਵਿਦਿਆਰਥੀ ਨੇ, ਇਸ ਸਕਾਲਰਸ਼ਿਪ ਘੁਟਾਲੇ ਦੇ ਵਿੱਚ ਜਿਨ੍ਹਾਂ ਵਿਦਿਆਰਥੀਆਂ ਨੂੰ ਸਭ ਤੋਂ ਵੱਧ ਸਫਰ ਕਰਨਾ ਪਿਆ, ਜਿਨ੍ਹਾਂ ਦੀਆਂ ਡਿਗਰੀਆਂ, ਜਿਨ੍ਹਾਂ ਦੇ ਸਰਟੀਫਿਕੇਟ ਕਾਲਜਾਂ ਦੇ ਵਿੱਚ ਦੱਬੇ ਹੋਏ ਨੇ, ਉਹਨਾਂ ਨੂੰ ਐਗਜ਼ਾਮਸ ਦੇ ਵਿੱਚ ਬੈਠਣ ਨਹੀਂ ਦਿੱਤਾ ਗਿਆ, ਆਖਿਰ ਅੱਗੇ ਹੋ ਕੇ ਉਹ ਕਿਉਂ ਨਹੀਂ ਬੋਲ ਰਹੇ? ਕਿਉਂਕਿ ਜਿਹੜੇ ਬੱਚੇ ਨੇ ਉਹ ਗਰੀਬ ਵਰਗਾਂ ਤੋਂ ਆਉਂਦੇ ਨੇ। ਕਿਉਂਕਿ ਮੈਂ ਤੁਹਾਨੂੰ ਇੱਥੇ ਇੱਕ ਜ਼ਿਕਰ ਕਰਨਾ ਚਾਹੁੰਦਾ ਕਿ ਜਿਹੜੇ 2.5 ਲੱਖ ਤੋਂ ਵੱਧ ਸਾਲ ਦੀ ਸਾਲਾਨਾ ਇਨਕਮ ਹੈ, ਘੱਟ ਹੈ, ਉਹਨਾਂ ਬੱਚਿਆਂ ਨੂੰ ਹੀ ਇਹਦੇ ਵਿੱਚ ਐਡਮਿਸ਼ਨ ਮਿਲਦੀ ਹੈ। ਉਹ ਬੜੇ ਗਰੀਬ ਵਰਗ ਦੇ ਨੇ, ਚਾਹੇ ਉਹ ਪਛੜੇ ਵਰਗਾਂ ਚੋਂ ਨੇ, ਅਨੁਸੂਚਿਤ ਜਾਤੀ ਨੇ, ਚਾਹੇ ਧਾਰਮਿਕ ਘੱਟ ਗਿਣਤੀਆਂ ਦੇ, ਕਿਉਂਕਿ ਉਹਨਾਂ ਨੂੰ ਤਾਂ ਵੈਸੇ ਹੀ ਰੋਟੀ ਦੇ ਲਾਲੇ ਪਏ ਹੁੰਦੇ ਨੇ ਔਰ ਉਹ ਬੱਚਿਆਂ ਨੂੰ ਕੋਈ ਜਿਹੜਾ ਸਪੋਰਟ ਨਹੀਂ ਕਰਦਾ। ਲੇਕਿਨ ਜਿਹੜੀਆਂ ਸਮਾਜਿਕ ਜਥੇਬੰਦੀਆਂ ਨੇ ਉਹ ਸਪੋਰਟ ਕਰਦੀਆਂ ਨੇ, ਜਿੰਨਾ ਉਹਨਾਂ ਦਾ ਹਰ ਇੱਕ ਦਾ ਸੰਘਰਸ਼ ਕਰਨ ਦਾ ਮਾਦਾ ਹੈ, ਉਸ ਸੰਘਰਸ਼ ਦੇ ਵਿੱਚ ਸਾਰੇ ਅੱਗੇ ਆ ਕੇ ਉਹਨਾਂ ਦੀ ਮਦਦ ਕਰਦੇ ਨੇ ਤਾਂ ਜੋ ਇਹਨਾਂ ਬੱਚਿਆਂ ਨੂੰ ਜਿਹੜੀਆਂ ਉਹ ਉੱਚ ਸਿੱਖਿਆ ਹਾਸਲ ਕਰਕੇ ਦੇਸ਼ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਪਾ ਸਕਣ, ਕਿ ਵਧੀਆ ਨਾਗਰਿਕ ਬਣ ਸਕਣ, ਵਧੀਆ ਜਿਹੜੀ ਦੇਸ਼ ਦੀ ਵਿਕਾਸ ਦੇ ਵਿੱਚ ਆਪਣਾ ਜਿਹੜਾ ਉਹ ਯੋਗਦਾਨ ਪਾ ਸਕਣ। ਇਸ ਫੈਸਲੇ ਨੂੰ ਕੀ ਤੁਸੀਂ ਕਿਸੇ ਕਾਨੂੰਨ ਦੀ ਅਦਾਲਤ ਦੇ ਵਿੱਚ ਚੁਣੌਤੀ ਦੇ ਸਕਦੇ ਹੋ? ਦੇਖੋ, ਜਿਹੜੀ ਕਾਨੂੰਨੀ ਤੌਰ ਤੇ ਜਿਹੜੀ ਉਹਦੀ ਫਾਰਮੈਲਿਟੀਜ਼ ਨੇ, ਇੱਕੋ ਲੰਮਾ ਪ੍ਰੋਸੈਸ ਬਣ ਜਾਂਦਾ ਹੈ। ਉਹਦੇ ਵਿੱਚ ਜਿਹੜੇ ਬੱਚਿਆਂ ਨੂੰ ਅੱਜ ਜ਼ਰੂਰਤ ਹੈ ਉਹ ਤਾਂ ਵੰਚਿਤ ਹੋ ਜਾਣਗੇ। ਅਸੀਂ ਕਾਨੂੰਨ ਉਹਦੇ ਆਪਣੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਅਪਰੋਚ ਕਰਨ ਦੀ ਬਜਾਏ ਅਸੀਂ ਸੰਘਰਸ਼ ਦਾ ਰਸਤਾ ਅਪਣਾਉਣ ਨੂੰ ਜ਼ਿਆਦਾ ਤਰਜੀਹ ਦਿੰਦੇ ਆ ਤਾਂ ਜੋ ਬੱਚਿਆਂ ਨੂੰ ਇਮੀਡੀਏਟ ਰਿਲੀਫ ਮਿਲ ਸਕੇ। ਕੀ ਤੁਹਾਨੂੰ ਲੱਗਦਾ ਵੀ ਇਮੀਡੀਏਟ ਸੰਘਰਸ਼ ਕਰਨ ਦੇ ਨਾਲ ਇਮੀਡੀਏਟ ਕੋਈ ਹੱਲ ਨਿਕਲੇਗਾ? ਕਿਉਂਕਿ ਕਿਸਾਨ ਵੀ ਬਹੁਤ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ, ਇਤਿਹਾਸ ਗਵਾਹ ਹੈ ਕਿ ਬਹੁਤ ਲੰਬੇ ਪ੍ਰਦਰਸ਼ਨ ਹੁੰਦੇ ਆਏ ਨੇ, ਤੇ ਤੁਹਾਨੂੰ ਲੱਗਦਾ ਹੈ ਕਿ ਨਤੀਜਾ ਨਿਕਲੇਗਾ ਕੋਈ? ਸਾਨੂੰ ਇਸ ਗੱਲ ਦਾ ਪੂਰਨ ਭਰੋਸਾ ਹੈ ਕਿ ਜਿਹੜਾ ਅਸੀਂ 10 ਅਕਤੂਬਰ ਨੂੰ ਚੱਕਾ ਜਾਮ ਕਰਨ ਦਾ ਪੰਜਾਬ 'ਚ ਪ੍ਰੋਗਰਾਮ ਬਣਾਇਆ, ਉਸ ਤੋਂ ਪਹਿਲਾਂ ਹੀ ਇਹ ਸਰਕਾਰ ਜਿਹੜੀ ਹੈ ਇਹ ਜਿਹੜਾ ਅੜੀਅਲ ਰਵੱਈਆ ਉਹਨੂੰ ਤਿਆਗ ਦੇਗੀ ਔਰ ਆਪਣੇ ਮੰਤਰੀ ਨੂੰ ਬਰਖਾਸਤ ਕਰੇਗੀ ਔਰ ਜਿਹੜੇ ਇਸ ਮਾਮਲੇ ਦੀ CBI ਨੂੰ ਇਨਕੁਆਇਰੀ ਕਰੇਗੀ। ਅਗਰ ਇਹਨਾਂ ਗੱਲਾਂ ਦੇ ਉੱਤੇ ਉਹ ਧਿਆਨ ਨਹੀਂ ਦਿੰਦੇ ਤਾਂ ਸਾਡਾ ਜਿਹੜਾ ਪੰਜਾਬ ਦੇ ਵਿੱਚ ਰੋਹ ਹੈ ਉਹ ਅੱਗ ਦੀ ਤਰ੍ਹਾਂ ਫੈਲੇਗਾ ਔਰ ਹਰ ਇੱਕ ਜਿਹੜੇ ਬੱਚੇ ਨੇ ਔਰ ਬਜ਼ੁਰਗ ਨੇ ਔਰ ਜਿਹੜੇ ਨੌਜਵਾਨ ਨੇ ਇਸ ਕੰਮ ਦੇ ਲਈ ਬੜੇ ਤਤਪਰ ਨੇ ਕਿ ਇਸ ਦੇ ਲਈ ਪ੍ਰੋਗਰਾਮ ਉਲੀਕਿਆ ਜਾਣਾ ਚਾਹੀਦਾ। ਜਿਹੜੀਆਂ ਸੰਤ ਸਮਾਜ ਤੇ ਹੋਰ ਜਿਹੜੀਆਂ ਸਮਾਜਿਕ ਜਥੇਬੰਦੀਆਂ ਨੇ ਉਹਨਾਂ ਨੇ ਜਿਹੜਾ ਪ੍ਰੋਗਰਾਮ ਉਲੀਕਿਆ ਉਹਦੇ ਵਿੱਚ ਬੜੇ ਸੋਚ ਵਿਚਾਰ ਕਰਕੇ ਰਿਪਿਆ ਔਰ ਜਦੋਂ ਤੱਕ ਸਰਕਾਰ ਇਹ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਇਹ ਸੰਘਰਸ਼ ਜਿਹੜਾ ਨਿਰੰਤਰ ਜਾਰੀ ਰਹੇਗਾ। ਤੁਸੀਂ ਨੈਸ਼ਨਲ ਸ਼ਡਿਊਲ ਕਾਸਟ ਦੇ ਜਿਹੜੇ ਉਹ ਪ੍ਰੈਜ਼ੀਡੈਂਟ ਹੋ, ਠੀਕ ਹੈ, ਅਲਾਈਅੰਸ ਦੇ, ਤੇ ਉਸ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਤੁਸੀਂ ਕਿਹੜੇ ਜਿਹੜੇ ਮਸਲੇ ਨੇ ਸ਼ਡਿਊਲ ਕਾਸਟਾਂ ਦੇ ਉਹ ਚੁੱਕੇ ਨੇ ਜਾਂ ਕਿਹਨਾਂ ਦੇ ਵਿੱਚ ਸਫਲ ਹੋਏ? ਅਸੀਂ ਪਿਛਲੇ ਸਮੇਂ ਦੌਰਾਨ ਜੋ ਗਰੀਬ ਵਰਗ ਦੀ ਬੱਚੀਆਂ ਨੇ ਉਹਨਾਂ ਨਾਲ ਰੇਪ ਕਰ ਦਿੱਤਾ ਜਾਂਦਾ ਸੀ, ਉਹਨਾਂ ਨੂੰ ਅੰਜਾਮ ਤੱਕ ਪਹੁੰਚਾਇਆ। ਜਿਹੜੀਆਂ ਮਾਈਨਰ ਗਰਲਸ ਨੇ, ਨਾਬਾਲਗ ਬੱਚੀਆਂ ਨੇ, ਜਾਂ ਨਿਰਵਸਤਰ ਕਰਕੇ ਔਰਤਾਂ ਨੂੰ ਘੁਮਾਇਆ ਜਾਂਦਾ ਜਾਂ ਕਿਸੇ ਨੂੰ ਜਿਹੜੀ ਅਣਮਨੁੱਖੀ ਵਿਵਹਾਰ ਕਰਕੇ ਉਹਨਾਂ ਨੂੰ ਪਿਸ਼ਾਬ ਪਿਲਾਉਣ ਦੀਆਂ ਇਹ ਜਿਹੀਆਂ ਘਟਨਾਵਾਂ, ਜਿਹੜੀਆਂ ਦੁਖਦਾਈ ਘਟਨਾਵਾਂ, ਸ਼ਰਮਸ਼ਾਰ ਕਰਨ ਵਾਲੀਆਂ ਘਟਨਾਵਾਂ ਨੇ, ਅਸੀਂ ਉਹਨਾਂ ਦੇ ਵਿੱਚ ਜਿਹੜਾ
ਸਮੇਂ ਦੇ ਮੁਤਾਬਕ ਦੇਖ ਕੇ ਸਾਰਥਕ ਕੀ ਅਪਰੋਚ ਕਰਨਾ ਚਾਹੀਦਾ, ਚਾਹੇ ਪੁਲਿਸ ਨੂੰ ਅਪਰੋਚ ਕਰਨਾ ਜਾਂ ਸਿਵਲ ਪ੍ਰਸ਼ਾਸਨ ਨੂੰ ਅਪਰੋਚ ਕਰਨਾ ਜਾਂ ਨੈਸ਼ਨਲ ਸ਼ੈਡਿਊਲ ਕਾਸਟ ਵਾਲਾ ਜਿਹੜਾ ਨੈਸ਼ਨਲ ਸ਼ੈਡਿਊਲ ਕਾਸਟ ਕਮਿਸ਼ਨ ਬਣਿਆ ਉਹਨਾਂ ਨੂੰ ਅਸੀਂ ਅਪਰੋਚ ਕਰਨਾ, ਉਸ ਦੇ ਮਾਧਿਅਮ ਤੋਂ ਅਸੀਂ ਨਿਆਂ ਦਿਵਾਉਣ ਦੇ ਵਿੱਚ ਅਸੀਂ ਕਾਫੀ ਹੱਦ ਤੱਕ ਸਫਲ ਹਾਂ ਔਰ ਅਸੀਂ ਇਹ ਸਾਡਾ ਜਿਹੜਾ ਸੰਘਰਸ਼ ਹੈ ਉਹ ਨਿਰੰਤਰ ਜਾਰੀ ਹੈ ਔਰ ਜਾਰੀ ਰਹੇਗਾ। ਸਰ, ਜਦੋਂ ਅਕਾਲੀ ਦਲ ਦੀ ਸਰਕਾਰ ਸੱਤਾ 'ਚ ਹੁੰਦੀ ਸੀ, ਹਾਲਾਂਕਿ ਅਕਾਲੀ ਦਲ ਦੇ ਵੱਲੋਂ ਬਹੁਤ ਪੁੱਜ ਕੇ ਧਰਨੇ ਲਗਾਏ ਗਏ, ਸਾਧੂ ਸਿੰਘ ਧਰਮਸੋਤ ਦੇ ਖਿਲਾਫ ਬਰਖਾਸਤਗੀ ਦੀ ਮੰਗ ਵੀ ਕੀਤੀ ਗਈ, ਪਰ ਜਦੋਂ ਅਕਾਲੀ ਦਲ ਦੀ ਸਰਕਾਰ ਸੱਤਾ 'ਚ ਹੁੰਦੀ ਸੀ ਉਸ ਵੇਲੇ ਵੀ ਬਹੁਤ ਨਾਮੀ ਜਿਹੜੇ ਮੰਤਰੀ ਸੀ, ਠੀਕ ਹੈ, ਉਹਨਾਂ ਦਾ ਨਾਮ ਵੀ ਘਪਲਿਆਂ 'ਚ ਆਇਆ ਸੀ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਕਿਉਂਕਿ ਜਿਹੜਾ ਅਕਾਲੀ ਸਰਕਾਰ ਦੇ ਦੌਰਾਨ ਇਹ ਘਪਲੇ ਉਜਾਗਰ ਹੋਏ 2012 ਤੋਂ 2017 ਤੱਕ ਅਕਾਲੀਆਂ ਦੀ ਸਰਕਾਰ ਸੀ, ਉਸ ਦੌਰਾਨ ਜਿਹੜੇ ਕਾਲਜਸ ਯੂਨੀਵਰਸਿਟੀ ਵਾਲਿਆਂ ਨੇ ਵੱਡੇ ਪੱਧਰ ਤੇ ਘਪਲੇ ਕੀਤੇ, ਉਹਦੇ ਵਿੱਚ ਜਿਹੜਾ ਇੱਕ ਬੱਚੇ ਨੂੰ 3-3 4-4 ਥਾਵਾਂ ਤੇ ਦਿਖਾਇਆ ਗਿਆ, ਕੁਝ ਬੱਚਿਆਂ ਤੋਂ ਐਡਮਿਸ਼ਨ ਫੀਸ ਲੈ ਲਈ ਗਈ ਲੇਕਿਨ ਬਾਅਦ ਵਿੱਚ ਉਹਨਾਂ ਨੂੰ ਵਾਪਸ ਨਹੀਂ ਕੀਤਾ ਗਿਆ, ਕਿਉਂਕਿ ਕੈਗ ਨੇ ਜਿਹੜੀ 5 ਸਾਲਾ ਜਿਹੜੀ ਯੋਜਨਾ ਸੀ ਉਹਦੀ ਰਿਪੋਰਟ ਸਦਨ ਦੇ ਵਿੱਚ ਪੇਸ਼ ਕੀਤੀ ਲੋਕ ਸਭਾ ਦੇ ਵਿੱਚ, ਉਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਇਸ ਦੀ ਵੱਡੇ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਜਦੋਂ 2012 ਤੋਂ 17 ਦੇ ਵਿੱਚ ਗੁਲਜ਼ਾਰ ਸਿੰਘ ਰਣੀਕੇ ਜਿਹੜੇ ਸੀ ਉਹ ਮੰਤਰੀ ਸੀ, ਉਹਨਾਂ ਦੇ ਕਾਰਜਕਾਲ ਦੌਰਾਨ ਵੀ ਜਿਹੜਾ ਵੱਡੇ ਪੱਧਰ ਤੇ ਬੇਨੀਮੀਆਂ ਕੀਤੀਆਂ, ਲੇਕਿਨ ਸਰਕਾਰ ਬਦਲਣ ਦੇ ਨਾਲ ਜਦੋਂ ਅਮਰਿੰਦਰ ਸਿੰਘ ਦੀ ਸਰਕਾਰ ਆਈ ਤਾਂ ਉਹ ਹੁਣ ਵੀ ਘਪਲੇ ਤੇ ਉਹਨਾਂ ਦੇ ਘਪਲਿਆਂ ਨੂੰ ਹੱਦ ਤੱਕ ਉਜਾਗਰ ਨਹੀਂ ਕੀਤਾ, ਜਦੋਂ ਕਿ ਪਾਰਲੀਮੈਂਟ 'ਚ ਵੀ ਇਸ ਗੱਲ ਦੀ ਬਹੁਤ ਚਰਚਾ ਹੋ ਚੁੱਕੀ ਹੈ, ਪੰਜਾਬ ਵਿਧਾਨ ਸਭਾ 'ਚ ਵੀ ਚਰਚਾ ਹੋ ਗਈ। ਇਹਨਾਂ ਸਾਰਿਆਂ ਦੇ ਖਿਲਾਫ ਅਸੀਂ ਤਾਂ ਚਾਹੁੰਦੇ ਹਾਂ ਕਿ CBI ਦੀ ਇਨਕੁਆਇਰੀ ਹੋਣੀ ਚਾਹੀਦੀ ਹੈ, ਕਿਉਂਕਿ ਇਹਨਾਂ ਦੇ ਕਾਰਜਕਾਲ ਦੌਰਾਨ ਹੀ ਪਿਛਲੇ 12 ਤੋਂ ਲੈ ਕੇ 2020 ਆ ਗਿਆ, ਇਹ ਸਾਰੇ 8 ਸਾਲ ਦਾ ਜਿਹੜਾ ਵਕਵਾ 8 ਸਾਲ ਦੇ ਵਕਫੇ ਦੀ ਜਿਹੜੀ ਹੈ ਉਹ CBI ਜਾਂਚ ਹੋਣੀ ਚਾਹੀਦੀ ਹੈ, ਜਿਹਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏ, ਕਿਉਂਕਿ ਉਸ ਪਿਛਲੇ ਘਪਲੇ ਦੇ ਵਿੱਚ ਵੀ ਜਿਹੜੇ ਗੁਲਜ਼ਾਰ ਸਿੰਘ ਰਣੀਕੇ ਉਹਨਾਂ ਦਾ ਨਾਮ ਬੋਲਦਾ ਸੀ, ਹੁਣ ਜਿਹੜੇ ਰੀਸੈਂਟ ਜਿਹੜੇ ਘਪਲੇ ਹੋਏ ਨੇ ਪਿਛਲੇ 3 ਸਾਲਾਂ ਦੇ ਵਿੱਚ ਉਹਦੇ ਵਿੱਚ ਹੀ ਸਾਧੂ ਸਿੰਘ ਧਰਮਸੋਤ ਦਾ ਨਾਮ ਬੋਲਦਾ, ਤੇ ਸਾਰੀ ਅਸੀਂ ਇਹ ਕਹਿੰਦੇ ਕਿ ਇਸ ਸਾਰੇ ਮਸਲੇ ਦੀ CBI ਜਾਂਚ ਹੋਣੀ ਚਾਹੀਦੀ ਹੈ। ਜੀ ਸਰ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਇਸੇ ਸਾਡੇ ਨਾਲ ਨੈਸ਼ਨਲ ਸ਼ਡਿਊਲ ਕਾਸਟ ਅਲਾਈਅੰਸ ਦੇ ਪ੍ਰੈਜ਼ੀਡੈਂਟ ਪਰਮਜੀਤ ਸਿੰਘ ਕੈਂਤ, ਜਿਨ੍ਹਾਂ ਨੇ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਮੋਰਚਾ ਖੋਲ੍ਹਣ ਦਾ ਐਲਾਨ ਕੀਤਾ ਹੈ, ਜਿਹੜੀ ਕਲੀਨ ਚਿੱਟ ਪੰਜਾਬ ਸਰਕਾਰ ਦੇ ਵੱਲੋਂ ਧਰਮਸੋਤ ਨੂੰ ਦਿੱਤੀ ਗਈ ਹੈ, ਉਸ ਦੇ ਖਿਲਾਫ 10 ਅਕਤੂਬਰ ਨੂੰ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਇਹਨਾਂ ਨੇ ਇਹ ਬੀੜਾ ਚੁੱਕਿਆ ਹੈ। ਫਿਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਅੱਜ ਦੀ ਗੱਲ ਲੈ ਕੇ। ਤੁਸੀਂ ਵੇਖਦੇ ਰਹੋ ਪੰਜਾਬ ਸਟਾਰ TV। ਧੰਨਵਾਦ।